प्रसाद सच होए। वाहिगुरु जी की फतेह। विघ्न विनाशन सोए। गुर बिन घोर अंधार, गुरु बिन समझ न आवै। गुर बिन सुरत न सिद्ध, गुरु बिन मुक्त न पावै। सतनाम श्री वाहिगुरु साहिब जीओ। दोहरा कारूं सुन हैरान होए भयो। मोम दिल सोए आगे को पैमान्यो। जह सजाए अत होए। वाहिगुरु जी का खालसा, वाहिगुरु जी की फतेह। मेरी पीरी दे मालिक, तख्तां दे सिरजनहार, साहिब कमाल धन गुरु हरगोबिंद पातशाह महाराज जी दी चरण शुभ प्राप्त गुरुद्वारा सुखचैन आनंद साहिब विखे शाम ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਗੁਰ ਇਤਿਹਾਸ ਦੀ ਕਥਾ ਸਰਵਣ ਕਰਨ ਵਾਸਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰ ਖਾਲਸਾ ਸੰਗਤ ਜੀਓ ਵਡਭਾਗੇ ਹੋ। ਇੱਕ ਵਾਰੀ ਫਿਰ ਆਪ ਜੀ ਉਸ ਲੜੀ ਦੇ ਨਾਲ ਜੁੜਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਜੀਵਨ ਜੋ ਸਰਵਣ ਕਰਦੇ ਆ ਰਹੇ ਹੋ, ਇਕੱਤਰ ਹੋਏ ਹੋ। ਇਹ ਮਾਲਕ ਦੀ ਕਿਰਪਾ ਮਹਿ ਰਹਿਮਤ ਹੀ ਹੈ ਕਿ ਉਹ ਆਪ ਜੀ ਨੂੰ ਸੁਭਾਗਾ ਸਮਾਂ ਜਿਹੜਾ ਹੈ ਉਹ ਬਖਸ਼ਦੇ ਹਨ ਜੀ। ਜਿੱਥੇ ਗੁਰ ਇਤਿਹਾਸ ਦੀ ਆਪਾਂ ਅੱਗੇ ਗਾਥਾ ਨੂੰ ਤੋਰਨਾ ਹੈ, ਉੱਥੇ ਹੀ ਇੱਕ ਦੋ ਜ਼ਰੂਰੀ ਬੇਨਤੀਆਂ ਆਰੰਭਤਾ ਦੇ ਵਿੱਚ ਕਰਨੀਆਂ ਹਨ ਜੀ। ਸਭ ਤੋਂ ਪਹਿਲਾਂ ਅੱਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਹ ਪਾਵਨ ਪਵਿੱਤਰ ਦਿਹਾੜਾ ਹੈ, ਜਿਸ ਦਿਨ ਮੇਰੇ ਮਾਲਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਦੇ ਉੱਤੇ ਜਿਹੜੇ ਨੇ ਬਿਰਾਜਮਾਨ ਹੋਏ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਰ ਸਾਹਿਬਾਨ, ਸਮੂਹ ਸਟਾਫ ਵੱਲੋਂ ਆਪ ਜੀ ਨੂੰ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ, ਇੱਕ ਦੋ ਬੇਨਤੀਆਂ ਉਹਨਾਂ ਦੇ ਜੀਵਨ ਪਰਥਾਏ, ਫਿਰ ਆਪਾਂ ਗਾਥਾ ਦੇ ਵੱਲ ਚੱਲਾਂਗੇ ਤੇ ਦੋ ਘਟਨਾਵਾਂ ਉਹਨਾਂ ਦੇ ਜੀਵਨ ਦੇ ਵਿੱਚੋਂ ਗੁਰਤਾ ਤੱਕ ਆਉਣ ਦੀਆਂ ਬਾ ਮੁਕੰਮਲ ਜਿਹੜੀਆਂ ਨੇ ਆਉਂਦੀਆਂ ਹਨ। ਇੱਕ ਦਿਨ ਮਾਤਾ ਭਾਨੀ ਜੀ ਲੰਗਰਾਂ ਦੇ ਵਿੱਚ ਸੇਵਾ ਕਰ ਰਹੇ ਨੇ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਲ ਅਵਸਥਾ ਤਕਰੀਬਨ 1 ਸਾਲ, ਹਜੇ ਬੱਚਾ ਥੋੜਾ ਥੋੜਾ ਰਿੜਨਾ ਤੇ ਤੁਰਨਾ ਹੀ ਸਿੱਖਦਾ ਹੈ। ਬਾਰ-ਬਾਰ ਧੰਨ ਗੁਰੂ ਅਮਰਦਾਸ ਜੀ ਦੇ ਪਲੰਘ ਦੇ ਉੱਪਰ ਜਿਹੜੇ ਨੇ ਉਹ ਬਿਰਾਜਮਾਨ ਹੁੰਦੇ ਨੇ, ਚੜ੍ਹ ਜਾਂਦੇ ਨੇ। ਮਾਤਾ ਜੀ ਦੀ ਨਜ਼ਰ ਪਈ, ਦੇਖਣਾ ਕੀਤਾ ਤੇ ਉਹਨੂੰ ਖਿਡੌਣਿਆਂ ਦੇ ਨਾਲ ਜਿਹੜਾ ਹੈ ਲਲਚਾਉਂਦੇ ਨੇ, ਪਰ ਬਾਰ-ਬਾਰ ਬੱਚਾ ਉਸ ਤਖਤ ਨੂੰ ਜਿਹੜਾ ਹੈ ਪਕੜਨਾ ਕਰਦਾ ਹੈ, ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਤੇ ਮਾਂ ਕਹਿੰਦੀ ਹੈ ਇਹ ਤਖਤ ਜਿਹੜੇ ਨੇ ਬੇਟਾ ਏਦਾਂ ਨਹੀਂ ਮਿਲਦੇ, ਇਹ ਸੇਵਾ ਤੇ ਭਾਵਨਾ ਦੇ ਨਾਲ ਮਿਲਦੇ ਨੇ। ਇਹ ਮਾਂ ਦੀਆਂ ਅੰਦਰ ਦੀਆਂ ਵਿਚਾਰ ਹਨ। ਅੱਜ ਪੁਰਬ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਮਨ ਇਸ ਤਰ੍ਹਾਂ ਹੈ ਕਿ ਇਹ ਗੁਰਤਾ ਜਿਹੜੀ ਹੈ, ਇਹ ਸਿੰਘਾਸਨ ਜਿਹੜਾ ਹੈ, ਇਹ ਤਖਤ ਜਿਹੜਾ ਹੈ, ਇਹ ਇਸ ਤਰ੍ਹਾਂ ਨਹੀਂ ਮਿਲਦਾ। ਇਹ ਸੇਵਾ ਤੇ ਭਾਵਨਾ ਨੂੰ ਜਿਹੜਾ ਹੈ ਉਹ ਮੇਵਾ ਲੱਗਦਾ ਹੈ, ਖੂਨ ਦੇ ਰਿਸ਼ਤਿਆਂ ਨੂੰ ਨਹੀਂ। ਕੀ ਹੋਇਆ
ਉਧਰੋਂ ਗੁਰੂ ਅਮਰਦਾਸ ਜੀ ਮਹਾਰਾਜ ਆਏ ਤੇ ਫਟਾਫਟ ਉਹਨਾਂ ਨੂੰ ਆਪਣੇ ਕੁੱਛੜ ਚੁੱਕਣਾ ਕੀਤਾ ਤੇ ਕੁੱਛੜ ਚੱਕ ਕੇ ਨਾ ਉਹ ਤਖਤ ਦੇ ਉੱਤੇ ਬੈਠ ਗਏ। ਤਖਤ ਦੇ ਉੱਤੇ ਬੈਠੇ ਤੇ ਮਾਤਾ ਭਾਨੀ ਜੀ ਨੂੰ ਕਹਿੰਦੇ ਨੇ ਕਿ ਬੱਚੇ ਨੂੰ ਤੁਸੀਂ ਜਿਹੜਾ ਹੈ ਕਿਉਂ ਆਪਣੀ ਗੋਦ ਦੇ ਵਿੱਚ ਚੱਕਿਆ ਹੋਇਆ ਸੀ? ਇਹਦੀ ਹਜੇ ਖੇਡਣ ਦੀ ਉਮਰ ਹੈ, ਰਿੜਨ ਦੀ ਉਮਰ ਹੈ, ਬੱਚਾ ਰਿੜੇਗਾ, ਤੁਰੇਗਾ, ਫਿਰ ਕੁਝ ਸਿੱਖੇਗਾ। ਤੇ ਮਾਤਾ ਭਾਨੀ ਜੀ ਕਹਿੰਦੇ ਨੇ ਕਿ ਪਿਤਾ ਜੀ ਇਹ ਤੁਹਾਡੇ ਤਖਤ ਦੇ ਉੱਤੇ ਜਾ ਕੇ ਬਾਰ-ਬਾਰ ਚੜ੍ਹਦਾ ਹੈ। ਤੇ ਉਦੋਂ ਪਾਤਸ਼ਾਹ ਆਪ ਹੀ ਕੁੱਛੜ ਚੜਾ ਕਰਕੇ ਨਾ ਤੇ ਆਪ ਉਸ ਤਖਤ ਦੇ ਉੱਤੇ ਬੈਠ ਗਏ ਤੇ ਕਹਿਣ ਲੱਗੇ ਇੱਕ ਦਿਨ ਇਹ ਜਿਹੜਾ ਹੈ ਇਹਨਾਂ ਤਖਤਾਂ ਦਾ ਮਾਲਕ ਬਣੇਗਾ। ਇੱਕ ਦਿਨ ਜਿਹੜਾ ਹੈ ਇਹਨੇ ਉਹ ਜਹਾਜ਼ ਬਣਾਉਣਾ ਹੈ ਜਿਸ ਜਹਾਜ਼ ਦੇ ਉੱਤੇ ਚੜ੍ਹ ਕੇ ਸਾਰਾ ਸੰਸਾਰ ਜਿਹੜਾ ਹੈ ਉਹ ਤਰਦਾ ਤੇ ਉਹ ਜਹਾਜ਼ ਦਾ ਦਿਹਾੜਾ ਪਹਿਲਾ ਪ੍ਰਕਾਸ਼ ਗੁਰਪੁਰਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਵੀ ਆਪ ਜੀ ਕੱਲ੍ਹ ਮਨਾ ਕੇ ਹਟੇ ਹੋ। ਦੁਨੀਆ ਭਰ ਦੇ ਵਿੱਚ ਉਹ ਮਨਾਇਆ ਗਿਆ। ਉਹ ਆਦਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪਾਦਨਾ ਉਹ ਜਹਾਜ਼ ਰੂਪ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿਹੜਾ ਸੀ ਤਿਆਰ ਕਰਵਾਇਆ। ਉਦੋਂ ਹੀ ਇਹ ਬਖਸ਼ਿਸ਼ਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਜਿਹੜੀਆਂ ਦੇ ਦਿੱਤੀਆਂ ਗਈਆਂ ਇਹ ਤਖਤਾਂ ਦੇ ਮਾਲਕ ਬਣਨਗੇ। ਇਹ ਬਾਣੀ ਕੇ ਜਿਹੜੇ ਨੇ ਬੋਹਤ ਹੋਣਗੇ। ਉੱਥੇ ਇਤਿਹਾਸ ਦੇ ਵਿੱਚ ਵਚਨ ਅੰਕਿਤ ਹੋਇਆ ਦੁਹਤਾ ਬਾਣੀ ਕਾ ਬਹੁਤ। ਤੇ ਕੱਲੀ ਸਾਖੀ ਕਹਿ ਦਈਏ ਤੇ ਉਹਦੇ ਨਾਲ ਵੀ ਗੁਜ਼ਾਰਾ ਨਹੀਂ। ਤਰਕ ਵਾਲੇ ਤਰਕ ਕਰਨਗੇ। ਤੇ ਕਿਤੇ ਭੱਟਾਂ ਨੂੰ ਤੁਸੀਂ ਪੜ੍ਹ ਕੇ ਦੇਖਿਓ, ਉਹਨਾਂ ਨੇ ਇਸ ਗੱਲ ਦੇ ਉੱਤੇ ਮੋਹਰ ਲਾਈ। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸਿਫਤ ਕੀਤੀ ਤੇ ਜਿਹੜੇ ਅੰਤਲੇ 10 ਸਵਈਏ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸਿਫਤ ਦੇ ਵਿੱਚ ਉਹ ਪਹਿਲਾ ਸਵਈਆ ਤੁਸੀਂ ਪੜ੍ਹੋ। ਉੱਥੇ ਲਿਖਿਆ ਹੈ ਸਿਮਰਨ ਸੋਈ ਪੁਰਖ ਅਚਲ ਅਬਨਾਸੀ ਜੇ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਵਲ ਰਿਦ ਧਾਰਨ ਗੁਰ ਅਰਜਨ ਗੁਣ ਸਹਿਜ ਵਿਚਾਰਨ ਗੁਰ ਰਾਮਦਾਸ ਕਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰਨ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਨ। ਇਹ ਬਚਨ ਗੁਰੂ ਅਰਜਨ ਦੇਵ ਜੀ ਲਿਖੇ ਭੱਟਾ ਨੇ ਕਿ ਇਹ 1 ਸਾਲ ਦੀ ਉਮਰ ਦਾ ਵੀ ਤਕਾਜ਼ਾ ਨਾ ਲਾਓ। ਜਦੋਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਸਾਰ ਦੇ ਵਿੱਚ ਆਏ ਉਦੋਂ ਤੋਂ ਹੀ ਭਾਵ ਜਨਮ ਤੋਂ ਹੀ ਉਹਨਾਂ ਨੇ ਬ੍ਰਹਮ ਨੂੰ ਜਿਹੜਾ ਸੀ ਅਪਣਾ ਲਿਆ ਸੀ, ਬ੍ਰਹਮ ਨੂੰ ਜਿਹੜਾ ਸੀ ਜਾਣ ਲਿਆ ਸੀ। ਤੈ ਜਨਮਤ ਗੁਰਮਤ ਬ੍ਰਹਮ ਪਛਾਨਿਓ ਭਗਤ ਜੋ ਕੋ ਜੈਤਵਾਰ ਹਰ ਜਨਕ ਉਪਾਇਓ ਸ਼ਬਦ ਗੁਰੂ ਪ੍ਰਕਾਸਿਓ ਰਸ ਨੂੰ ਵਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ। ਇਹ ਬਚਨ ਉਦੋਂ ਹੋਏ। ਹੁਣ ਇਸ ਬਚਨ ਨੇ ਮੋਹਰ ਲਾਈ ਤੇ ਫਿਰ ਉਹ ਸਮਾਂ ਆਇਆ ਜਿਸ ਦਿਨ ਗੁਰਤਾ ਗੱਦੀ ਦੇ ਉੱਤੇ ਮੇਰੇ ਮਾਲਕ ਨੇ ਜਿਹੜਾ ਹੈ ਉਹ ਬਿਰਾਜਮਾਨ ਹੋਣਾ। ਅੱਜ ਦਾ ਦਿਹਾੜਾ ਤਿੰਨ ਦਿਨ। ਇਸ ਤੋਂ ਪਹਿਲਾਂ ਇੱਕ ਵਾਕਿਆ ਜੀਵਨ ਦੇ ਵਿੱਚ ਜਿਹੜਾ ਹੈ ਉਹ ਹੁੰਦਾ ਹੈ। ਸਹਾਰੀ ਮਲ ਜੀ ਲਾਹੌਰ ਤੋਂ ਚੱਲ ਕੇ ਆਏ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜਿਹੜੇ ਸਨ ਉਹ ਭਰਾ ਸਨ, ਤਾਏ ਦੇ ਪੁੱਤਰ ਸਨ ਤੇ ਉਹਨਾਂ ਦੇ ਅੱਗੇ ਬੇਟੇ ਦਾ ਵਿਆਹ ਹੈ। ਉਹ ਬੇਨਤੀ ਪੱਤਰ ਲੈ ਕੇ ਆਏ, ਸਾਰੇ ਪਰਿਵਾਰ ਨੂੰ ਸੱਦਾ ਦਿੱਤਾ ਤੇ ਗੁਰੂ ਰਾਮਦਾਸ ਜੀ ਨੇ ਕਿਹਾ ਸਾਡਾ ਉੱਥੇ ਜਾਣਾ ਮੁਨਾਸਿਬ ਨਹੀਂ, ਸੰਗਤਾਂ ਇਕੱਠੀਆਂ ਹੋ ਜਾਣਗੀਆਂ, ਤੁਹਾਨੂੰ ਵਿਆਹ ਦੇ ਵਿੱਚ ਜਿਹੜੀ ਹੈ ਖੇਚਲ ਆਵੇਗੀ। ਪੁੱਤਰਾਂ ਦਾ ਜ਼ਿਕਰ ਹੋਇਆ, ਤਿੰਨੇ ਪੁੱਤਰ ਭੇਜੋ। ਉਹਨਾਂ ਨੇ ਕਿਹਾ ਇੱਕ ਪੁੱਤਰ ਆਵੇਗਾ। ਤਿੰਨਾਂ ਪੁੱਤਰਾਂ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਪਾਸ ਬੁਲਾਇਆ। ਧਿਆਨ ਦੇਣਾ, ਪ੍ਰਿਥੀ ਚੰਦ ਜੀ ਨੂੰ ਕਿਹਾ ਤੇ ਹੁਣ ਪ੍ਰਿਥੀ ਚੰਦ ਮਾਇਆ ਦਾ ਪੱਖ ਸੀ ਤੇ ਕੁਝ ਛੱਡਣਾ ਧਨ ਦੌਲਤ ਨਹੀਂ ਸੀ ਚਾਹੁੰਦੇ ਤੇ ਅਹੁਦੇਦਾਰੀਆਂ ਦੇ ਵੀ ਜਿਹੜੇ ਸੀ ਲਾਲਚ ਸੀ। ਇਸ ਕਰਕੇ ਕਿਹਾ ਪਿਤਾ ਜੀ ਪਿੱਛੇ ਕੰਮਕਾਰ ਕੌਣ ਦੇਖੇਗਾ? ਇਹ ਸਾਰੀ ਕਾਰ ਵਿਹਾਰ ਤੇ ਮੈਂ ਕਰਦਾ ਪਿਆ, ਇਹਨਾਂ ਦੋਨਾਂ ਕੋ ਤੇ ਹੋਣੀ ਨਹੀਂ, ਇਸ ਕਰਕੇ ਮੈਂ ਨਹੀਂ ਜਾਣਾ। ਮਹਾਦੇਵ ਜੀ ਨੂੰ ਕਿਹਾ, ਮਹਾਦੇਵ ਜੀ ਕਹਿੰਦੇ ਵੀ ਮੈਨੂੰ ਤੁਸੀਂ ਇਸ ਸੰਸਾਰ ਦੀ ਵਾਗ ਦੌੜ ਤੋਂ ਉਪਰਾਂ ਨਹੀਂ ਰਹਿਣ ਦਿਓ, ਮੈਂ ਇਹਨਾਂ ਝਮੇਲਿਆਂ ਦੇ ਵਿੱਚ ਜਿਹੜਾ ਹੈ ਰਿਸ਼ਤੇਦਾਰੀਆਂ ਵਿੱਚ ਪੈਣਾ ਨਹੀਂ ਚਾਹੁੰਦਾ। ਤੇ ਗੁਰੂ ਰਾਮਦਾਸ ਜੀ ਤੋਂ ਬਾਬਾ ਮਹਾਦੇਵ ਜੀ ਤੋਂ ਬਾਅਦ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਤੇ ਉਹਨਾਂ ਨੇ 7 ਬਚਨ ਕਹਿ ਕਰਕੇ ਇਸ ਹੁਕਮ ਨੂੰ ਮੰਨ ਲਿਆ ਕਿ ਜੋ ਤੁਸੀਂ ਕਹਿ ਰਹੇ ਹੋ ਪਿਤਾ ਜੀ ਉਹ ਮੁਬਾਰਕ। ਸਹਾਰੀ ਮਲ ਜੀ ਦੇ ਨਾਲ ਹੀ
ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਲਾਹੌਰ ਦੀ ਧਰਤੀ ਤੇ ਪੁੱਜਦੇ ਨੇ। ਨਾਲ ਬਚਨ ਇਹ ਵੀ ਹੋਇਆ ਸੀ ਕਿ ਵਿਆਹ ਦਾ ਕਾਰਜ ਨਿਪਟਾ ਕਰਕੇ ਤੁਸੀਂ ਜਿਹੜਾ ਹੈ ਉਹ ਉੱਥੇ ਧਰਮਸ਼ਾਲਾ ਬਣਾ ਕਰਕੇ ਜਿਹੜੀ ਹੈ ਧਰਮ ਦਾ ਪ੍ਰਚਾਰ ਕਰਨਾ ਹੈ। ਵਿਆਹ ਸੰਪੰਨ ਹੋਇਆ, ਧਰਮਸ਼ਾਲਾ ਬਣ ਗਈ। ਉੱਥੇ ਧੰਨ ਗੁਰੂ ਨਾਨਕ ਦੇ ਘਰ ਦੀ ਉਪਮਾ ਹੁੰਦੀ ਹੈ। ਸਮਾਂ ਆਉਂਦੇ ਕਾਫੀ ਬਤੀਤ ਹੋਇਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਮੇਵੜੇ ਦੇ ਹੱਥ ਇੱਕ ਪੱਤਰਕਾ ਭੇਜੀ। ਉਹ ਪ੍ਰਿਥੀ ਚੰਦ ਦੇ ਹੱਥ ਲੱਗੀ। ਫਿਰ ਸਮਾਂ ਬਤੀਤ ਹੋਇਆ, ਦੂਜੀ ਪੱਤਰਕਾ ਫਿਰ ਭੇਜੀ, ਉਹ ਵੀ ਮੇਵੜੇ ਦੇ ਹੱਥ ਲੱਗੀ। ਗੁਰੂ ਅਰਜਨ ਦੇਵ ਥੋੜਾ ਜਿਹਾ ਇਸ ਨੁਕਤੇ ਨੂੰ ਸਮਝਣ ਲੱਗੇ ਕਿ ਸ਼ਾਇਦ ਕੋਈ ਵਿੱਚ ਜਿਹੜੀ ਹੈ ਗੱਲ ਦੀ ਗੜਬੜ ਹੈ। ਜਦੋਂ ਤੀਜੀ ਪੱਤਰਕਾ ਭੇਜਦੇ ਨੇ ਤੇ ਮੇਵੜੇ ਨੂੰ ਇਹ ਬਿਲਕੁਲ ਹਦਾਇਤ ਕੀਤੀ ਜਾਂਦੀ ਹੈ ਕਿ ਤੁਸੀਂ ਜਿਹੜਾ ਹੈ ਸਿੱਧਾ ਗੁਰੂ ਪਿਤਾ ਨੂੰ ਜਿਹੜੀ ਹੈ ਇਹ ਪੱਤਰਕਾ ਦੇਣੀ ਹੈ। ਹੁਣ ਉਹਦੇ ਉੱਤੇ ਪੱਤਰਕਾ ਦੇ ਉੱਤੇ ਅੰਕ ਲਿਖਿਆ ਹੋਇਆ ਸੀ, ਅੰਕ 3। ਤੇ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਕੋਲ ਪੱਤਰਕਾ ਪੁੱਜਦੀ ਹੈ, ਪੁੱਛਦੇ ਨੇ ਕਿ ਇਸ ਤੋਂ ਪਹਿਲੀਆਂ 2 ਪੱਤਰਕਾਵਾਂ ਉਹ ਦੱਸਦੇ ਨੇ ਕਿ ਪ੍ਰਿਥੀ ਚੰਦ ਜੀ ਦੇ ਕੋਲ ਹਨ। ਤੇ ਪ੍ਰਿਥੀ ਚੰਦ ਜਿਹੜਾ ਮੁਕਰ ਗਿਆ, ਕਹਿਣ ਲੱਗਾ ਮੈਂ ਇਦਾਂ ਨਹੀਂ ਕੀਤਾ। ਉਹਦੇ ਘਰ ਮੇਵੜਾ ਭੇਜਿਆ ਗਿਆ, ਉਹਦੇ ਚੋਲੇ ਦੇ ਖੀਸੇ ਦੇ ਵਿੱਚੋਂ ਉਹ ਪੱਤਰਕਾਵਾਂ ਨਿਕਲੀਆਂ। ਸ਼ਰਮਿੰਦਾ ਬੜਾ ਹੋਇਆ ਪ੍ਰਿਥੀ ਚੰਦ। ਇੱਧਰੋਂ 5 ਸਿੰਘ ਜਿਨ੍ਹਾਂ ਦੇ ਵਿੱਚ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਇਹ ਲਾਹੌਰ ਦੀ ਧਰਤੀ ਤੇ ਭੇਜੇ ਗਏ ਕਿ ਜਾਓ ਪੁੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਇੱਥੇ ਲਿਆਉਣਾ ਆਓ। ਉਦੋਂ ਉਧਰੋਂ ਗੁਰੂ ਅਰਜਨ ਦੇਵ ਜੀ ਨੂੰ ਲੈਣ ਵਾਸਤੇ ਇਹ 5 ਸਿੰਘ ਤੁਰੇ ਨੇ। ਦੂਜੇ ਪਾਸੇ ਸੰਗਤ ਦੇ ਵਿੱਚ ਇਸ ਗੱਲ ਦੀ ਐਲਾਨਤਾ ਹੋ ਚੁੱਕੀ ਹੈ ਕਿ ਅਸੀਂ 3 ਪੁੱਤਰਾਂ ਨੂੰ ਜਿਹੜਾ ਹੈ ਉਹ ਪਰਖਿਆ ਹੈ ਤੇ ਉਹਦੇ ਵਿੱਚ ਗੁਰੂ ਨਾਨਕ ਦੇ ਘਰ ਦਾ ਵਾਸ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਸਹੀ ਮਹੀਨਿਆਂ ਦੇ ਵਿੱਚ ਸਹੀ ਜਿਹੜੇ ਨੇ ਉਹ ਉਤਰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਉਂਦੇ ਨੇ ਉੱਥੇ। ਫਿਰ ਉਸ ਅੰਕ ਨੂੰ ਪੂਰਾ ਕਰਨ ਵਾਸਤੇ ਸਾਹਿਬ ਕਹਿੰਦੇ ਇਹਦਾ ਚੌਥਾ ਪਦਾ ਵੀ ਜਿਹੜਾ ਤੁਸੀਂ ਲਿਖੋ। ਤੇ ਉੱਥੇ ਲਿਖਦੇ ਨੇ ਭਾਗ ਹੋਵਾ ਗੁਰ ਸੰਤ ਮਿਲਾਇਆ, ਜਿਹਨੂੰ ਆਪਾਂ ਬਾਣੀ ਦੇ ਵਿੱਚ ਇਸ ਤਰ੍ਹਾਂ ਪੜ੍ਹਦੇ ਹਾਂ। ਆਮ ਕਿਸੇ ਲਿਖਾਰੀ ਨੇ ਉਹਦਾ ਹੈਡਿੰਗ ਬਦਲ ਦਿੱਤਾ ਹੈ ਨਹੀਂ ਸ਼ਬਦ ਹਜ਼ਾਰੇ ਕੋਈ ਬਾਣੀ ਹੈ। ਉੱਥੇ ਮੇਰੇ ਮਾਲਕ ਲਿਖਦੇ ਨੇ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਪ ਕਰੇ ਚਾਚਾ ਕੀ ਨਿਆਈ ਤਿਰਖਣਾ ਪੁੱਤਰੇ ਸ਼ਾਂਤਨ ਆਵੇ ਦਰਸ਼ਨ ਸੰਤ ਪਿਆਰੇ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਪਹੁੰਚ ਚੁੱਕੇ ਨੇ ਤੇ ਉਸ ਦਿਨ ਸਰਬੱਤ ਸੰਗਤ ਦੇ ਸਾਹਮਣੇ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਨੂੰ ਇਸ਼ਨਾਨ ਕਰਾ ਕੇ ਸੋਹਣਾ ਚੋਲਾ ਪਹਿਨਾ ਕਰਕੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਜਿਹੜਾ ਹੈ 5 ਪੈਸੇ ਨਰੇਲ, ਜੋ ਉਸ ਸਮੇਂ ਦੀ ਮਰਿਆਦਾ ਸੀ, 5 ਪੈਸੇ ਨਰੇਲ ਰੱਖ ਕਰਕੇ ਅੱਗੇ ਪਰਿਕਰਮਾ ਕੀਤੀਆਂ ਤੇ ਜਿਹੜਾ ਹੈ ਉਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਜਿਹੜਾ ਹੈ ਉਹ ਮੱਥਾ ਟੇਕਿਆ। ਉਹਦੇ ਮਗਰ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਜਿਹੜਾ ਹੈ ਗੱਦੀ ਦਾ ਤਿਲਕ ਜਿਹੜਾ ਹੈ ਉਹ ਲਾਉਣਾ ਕੀਤਾ ਤੇ ਸੰਗਤ ਦੇ ਵਿੱਚ ਇਹ ਕਹਿ ਦਿੱਤਾ ਹੈ ਕਿ ਅੱਜ ਤੋਂ ਬਾਅਦ ਗੁਰੂ ਨਾਨਕ ਦੇ ਘਰ ਦੀ ਜੋਤ ਦੀ ਜੋ ਵਾਰਸ ਹਨ, ਗੁਰੂ ਨਾਨਕ ਦੇ ਘਰ ਦੀ ਗੱਦੀ ਦੇ ਜੋ ਵਾਰਸ ਹਨ, ਜੋ ਅੱਗੇ ਗੁਰੂ ਰੂਪ ਦੇ ਅੱਗੇ ਸੰਗਤ ਦੀ ਰਹਿ ਗੁਨਾਈ ਕਰਨਗੇ, ਉਹ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ। ਪ੍ਰਿਥੀ ਚੰਦ ਨੇ ਬੜਾ ਝਗੜਾ ਪਾਇਆ। ਉੱਥੇ ਵੀ ਬਚਨ ਆਏ ਕਾਹੇ ਸੰਗ ਝਗੜਤ ਹੋ ਸੰਗ ਬਾ ਜਿਨ ਕੇ ਜਨੇ ਵਡੀਰੇ ਤੁਮ ਹੋ ਤਿਨ ਸੰਗ ਝਗੜਤ ਪਾ। ਸੋ ਅੱਜ ਦੇ ਦਿਹਾੜੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਜਿਹੜਾ ਹੈ ਮੇਰੇ ਮਾਲਕ ਨੇ ਜਿਹੜਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਮੱਥਾ ਟੇਕ ਕਰਕੇ 5 ਪੈਸੇ ਨਰੇਲ ਰੱਖ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਤਿਲਕ ਲਾਇਆ ਤੇ ਗੁਰਤਾ ਗੱਦੀ ਦੇ ਉੱਤੇ ਜਿਹੜਾ ਹੈ ਬਿਰਾਜਮਾਨ ਕੀਤਾ। ਤੇ ਇਹਨਾਂ ਦੇ ਜੀਵਨ ਦੇ ਵਿੱਚੋਂ ਇਸ ਗੱਲ ਦਾ ਜਿਹੜਾ ਹੈ ਨਤੀਜਾ ਹੈ ਕਿ ਜੇ ਕਿਤੇ ਆਗਿਆਕਾਰ ਕੋਈ ਹੋ ਜਾਵੇ ਉਹਨੂੰ ਤਖਤਾਂ ਦਾ ਤੱਕ ਵੀ ਜਿਹੜਾ ਹੈ ਮਾਲਕ ਬਣਾਇਆ ਜਾ ਸਕਦਾ ਹੈ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਇੱਥੋਂ ਤੱਕ ਬਾਣੀ ਨੇ ਕਿਹਾ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ की आज्ञा मन में सहे आपस को कर्कश न जनावे हर हर नाम हृदय सद गावे। ਇਸ ਤਰ੍ਹਾਂ ਜਦੋਂ ਜੀਵਨ ਬਤੀਤ ਹੋਇਆ ਤੇ ਭੱਟ ਸਾਹਿਬਾਨਾਂ ਦੇ ਉਹ 2 ਸਵਈਏ ਮੈਂ ਆਪ ਜੀ ਦੇ ਸਾਹਮਣੇ ਰੱਖ ਕੇ ਆਪਾਂ ਗੁਰ ਇਤਿਹਾਸ ਵੱਲ ਤੁਰਨਾ ਹੈ। ਉਹਨਾਂ ਨੇ ਵਚਨ ਕੀਤੇ ਉੱਥੇ ਕਹਿਣ ਲੱਗੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਦੇ ਵਿੱਚ ਹੀ ਵਰਤਣੀ ਸੀ ਜੋਤ ਬਾਹਦੀ ਸੀ ਜਾਣੀ। ਉੱਥੇ ਭੱਟ ਸਾਹਿਬਾਨ ਕਹਿਣਾ ਕਰਦੇ ਹਨ
जब लग नहीं भाग निलार उदे तब लो भरमते फिरते बहुतायो कल घोर समुंदर में बूढ़ थे कबहू मिटहे नहीं रे पछतायो तद विचार जह मथुरा जग तारन को अवतार बनायो ए दुनिया दे लोगो जपियो जिन अर्जन देव गुरु फिर संकट जोन गर्भ न आए। ते अगला सवैया उन्हां बयान किया अंत न पावत देव सबै मुन इंद्र महाशिव जोग करी फुन वेद बेरंच विचार रहियो हर जाप न छाटू एक घरी मथुरा जन को प्रद दीन दयाल है संगत सृष्ट निहाल करी रामदास गुरु जग तारन को गुरजोत अर्जन माहि करी। ओ पावन पवित्र दिहाड़ा जिस दिन धन गुरु अर्जन देव जी महाराज गुरता धरती ते विराजमान हुए गुर की संगत जी वो अज है ते सरबत संसार भर दे अंदर जिथे जिथे गुरु नानक के घर का कोई सिख बैठा है इस पावन पवित्र दिहाड़े में श्रद्धा भावना प्रेम सहित मना रहा है। दोबारा फिर आप जी ने इस पावन पवित्र दिहाड़े दियां श्रोमणी गुरुद्वारा प्रबंधक कमेटी मैनेजर साहिबान समूह स्टाफ वालों लख लख वधाइयां होवन। गुरु कृपा करे सबना नूं दरों करों गुरसिੱਖੀ जीवन नाम की दातां दे करके पातशाह जी निवाजन करन जी। आओ इन पंक्तियों का गायन फिर आपां इतिहास वाल हुणा करते हाँ जी। गुर को बल बल जाइए ऐसे गुर को बल बल जाइए गुर को बल बल जाइए ऐसे गुर को बल बल जाइए गुर को बल बल जाइए ऐसे गुर को बल बल जाइए गुर को बल बल जाइए ऐसे गुर को बल बल जाइए गुर को बल बल जाइए ऐसे गुर को बल बल जाइए गुर को बल बल जाइए ऐसे गुर को बल बल जाइए